जब चीज़ लोड़ तो ज़्यादा होवेगी ਤਾਂ ਕਦਰ ਘੱਟ ਹੀ ਜਾਣੀ। ਚੀਜ਼ ਘੱਟ ਅਤੇ ਸੀਮਤ ਹੋਵੇਗੀ ਤਾਂ ਠੀਕ ਰਹੇਗਾ। ਅਗਰ ਬਹੁਤ ਜ਼ਿਆਦਾ ਹੋਵੇਗੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਲਾਜ਼ਮੀ ਹੋਵੇਗਾ। ਅਸਲ ਵਿੱਚ ਸਾਡੀ ਵੀ ਫਿਤਰਤ ਹੈ ਕਿ ਸਾਨੂੰ ਵਾਧੂ ਕਦੇ ਵੀ ਵਾਧੂ ਨਹੀਂ ਸਗੋਂ ਘੱਟ ਹੀ ਮਹਿਸੂਸ ਹੁੰਦਾ। ਤੇ ਇੰਨੇ ਲਾਲਚ ਦਾ ਕਾਰਨ ਵੀ ਬੜਾ ਸਿੱਧਾ ਜਿਹਾ, ਅਸਲ ਵਿੱਚ ਆਪਾਂ ਨੂੰ ਸਬਰ ਨਹੀਂ ਨਾ ਹੁੰਦਾ। ਹੁਣ ਕੋਸ਼ਿਸ਼ ਇੰਨੀ ਕੁ ਕਿ ਇਸ ਲਾਲਚ ਨੂੰ ਅਸੀਂ ਮਨ ਤੋਂ ਦੂਰ ਭਜਾਈਏ ਤਾਂ ਆਪਾਂ ਸਬਰ ਵੀ ਕਰਨਾ ਸਿੱਖ ਜਾਈਏ ਅਤੇ ਥੋੜਾ ਵੀ ਕਦੇ ਥੋੜਾ ਨਾ ਹੋਵੇ ਮਹਿਸੂਸ ਅਗਰ ਅਸੀਂ ਥੋੜੇ ਵਿੱਚ ਹੀ ਜਿਉਣ ਦੀ ਆਦਤ ਪਾ ਜਾਈਏ। जी मेरा नाम है जसप्रीत सिंह ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ ਕਨਸੈਪਟ ਕਲਾਸਿਸ 2.0 ਤੇ ਕਲਾਸ 11th ਅਕਾਊਂਟੈਂਸੀ ਵਾਲਿਆਂ ਵਾਸਤੇ ਇਹ ਵੀਡੀਓਜ਼ ਕੰਟੀਨਿਊ ਕਰ ਰਹੇ ਹਾਂ। ਅੱਜ ਆਪਾਂ ਸਬਸਿਡਰੀ ਬੁੱਕਸ ਨੂੰ ਕੰਟੀਨਿਊ ਕਰ ਰਹੇ ਹਾਂ ਜੀ। ਲਾਸਟ ਟਾਈਮ ਕੈਸ਼ ਬੁੱਕ ਦਾ ਟੌਪਿਕ ਕੰਪਲੀਟ ਕੀਤਾ, ਕੈਸ਼ ਬੁੱਕ ਫਿਰ ਪੈਟੀ ਕੈਸ਼ ਬੁੱਕ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਪਹਿਲੀ ਸਬਸਿਡਰੀ ਬੁੱਕ ਸੀ ਜਿਹੜੀ ਕੈਸ਼ ਬੁੱਕ ਹੈ ਆਪਣੇ। ਸਬਸਿਡਰੀ ਬੁੱਕਸ ਹੁੰਦੀਆਂ ਕਿਆ ਨੇ, ਪਹਿਲਾਂ ਇੱਕ ਤਾਂ ਇਹ ਦੁਬਾਰਾ ਸਮਝ ਲਓ। ਸਹਾਇਕ ਕਿਤਾਬਾਂ ਨੇ ਜਿਹੜੀਆਂ ਜਰਨਲ ਦੀ ਹੈਲਪ ਕਰਨ ਵਾਸਤੇ ਨੇ, ਸਿਰਫ ਇਸ ਵਾਸਤੇ ਨੇ ਕਿ ਜਰਨਲ ਦੇ ਵਿੱਚ ਬਹੁਤ ਜ਼ਿਆਦਾ ਨਾ ਕੰਮ ਵੱਧ ਜਾਵੇ, ਟ੍ਰਾਂਜੈਕਸ਼ਨਸ ਭਰ ਕੇ ਉਹਦੇ ਵਿੱਚ ਬਹੁਤ ਜ਼ਿਆਦਾ ਲੈਂਥੀ ਨਾ ਹੋ ਜਾਵੇ। ਤਾਂ ਕੁਝ ਐਸੀਆਂ ਟ੍ਰਾਂਜੈਕਸ਼ਨ ਜਿਹੜੀਆਂ ਵਾਰ-ਵਾਰ ਹੁੰਦੀਆਂ ਨੇ ਅਤੇ ਉਹਨਾਂ ਨੂੰ ਇੱਕ ਸਪੈਸ਼ਲ ਕੈਟੇਗਰੀ ਦਿੱਤੀ ਜਾ ਸਕਦੀ ਹੈ। ਜਿਵੇਂ ਕੈਸ਼ ਨਾਲ ਰਿਲੇਟਡ ਸਾਰੀਆਂ ਟ੍ਰਾਂਜੈਕਸ਼ਨਸ ਆਪਾਂ ਕੈਸ਼ ਬੁੱਕ 'ਚ ਪਾਤੀਆਂ। ਐਵੇਂ ਕੁਝ ਹੋਰ ਵੀ ਟ੍ਰਾਂਜੈਕਸ਼ਨਸ ਨੇ ਖਾਸ, ਜਿਨ੍ਹਾਂ ਨੂੰ ਆਪਾਂ ਇੱਕ ਖਾਸ ਕੈਟੇਗਰੀ ਦੇ ਅਕੋਰਡਿੰਗ ਇੱਕ ਬੁੱਕ ਦੇ ਸਕਦੇ ਹਾਂ। ਉਹਨਾਂ ਨੂੰ ਇੱਕ ਸਪੈਸ਼ਲ ਬੁੱਕ ਦੇ ਵਿੱਚ ਰਿਕਾਰਡ ਕਰ ਸਕਦੇ ਹਾਂ। ਅੱਜ ਆਪਾਂ ਉਹ ਕਰਨ ਲੱਗੇ ਹਾਂ ਜੀ। ਆਪਣੀ ਸ਼ੁਰੂਆਤ ਹੋ ਰਹੀ ਹੈ ਪਰਚੇਜ਼ਸ ਬੁੱਕ ਤੋਂ। ਅਤੇ ਦੇਖਿਓ ਜ਼ਰਾ, ਕੈਸ਼ ਬੁੱਕ ਆਪਾਂ ਕਰ ਲਈ, ਪੈਟੀ ਕੈਸ਼ ਬੁੱਕ ਵੀ ਕਰ ਲਈ, ਹੁਣ ਗੱਲ ਕਰਨ ਲੱਗੇ ਹਾਂ ਪਰਚੇਜ਼ਸ ਬੁੱਕ ਦੀ। ਦੇਖੋ ਪਰਚੇਜ਼ਸ ਬੁੱਕ ਆਰਾਮ ਨਾਲ ਸਮਝੋ। ਪਰਚੇਜ਼ ਬੁੱਕ ਇਜ਼ ਅ ਬੁੱਕ ਇਨ ਵਿਚ credit purchase of goods are recorded। ਕਿੰਨਾ ਸਿੰਪਲ ਸੀ ਨਾ, ਬਟ ਫਿਰ ਵੀ ਗਲਤੀਆਂ ਹੋ ਜਾਂਦੀਆਂ ਨੇ। ਪਤਾ ਕਿਉਂ? ਕਿਉਂਕਿ ਆਪਾਂ ਲਾਈਨ ਤੇ ਗੌਰ ਨਹੀਂ ਕਰਦੇ। ਦੇਖੋ ਸਭ ਤੋਂ ਇੰਪੋਰਟੈਂਟ ਗੱਲ ਆ ਸੀਗੀ, ਓਨਲੀ ਕ੍ਰੈਡਿਟ ਪਰਚੇਜ਼ ਆਫ ਓਨਲੀ ਗੁਡਸ ਆਰ ਰਿਕਾਰਡਡ। ਹੁਣ ਮੈਂ ਇੰਨਾ ਜ਼ੋਰ ਕਿਉਂ ਦੇ ਰਿਹਾ ਮਾੜੀ ਜੀ ਗੱਲ ਤੇ? ਕ੍ਰੈਡਿਟ ਪਰਚੇਜ਼ ਹੀ ਰਿਕਾਰਡ ਕਰਾਂਗੇ, ਮਤਲਬ ਅਗਰ ਕੋਈ ਕੈਸ਼ ਪਰਚੇਜ਼ ਹੈ ਰਿਕਾਰਡ ਨਹੀਂ ਕਰਾਂਗੇ ਜੀ। ਸੇਮ ਟੂ ਸੇਮ ਮੈਂ ਤੁਹਾਨੂੰ ਸੇਲਸ ਬੁੱਕ ਦਾ ਵੀ ਦੱਸੀ ਜਾਣਾ। ਸੇਲਸ ਬੁੱਕ ਵੀ ਐਸੇ ਤਰੀਕੇ ਦੀ ਹੀ ਹੈ, ਫੋਰਮੈਟ ਵੀ ਸੇਮ ਹੈ। ਸੇਲਸ ਬੁੱਕ ਇਜ਼ ਅ ਬੁੱਕ ਇਨ ਵਿਚ ਕ੍ਰੈਡਿਟ ਸੇਲਸ ਆਰ ਰਿਕਾਰਡਡ, ਕ੍ਰੈਡਿਟ ਸੇਲਸ ਆਫ ਗੁਡਸ ਆਰ ਰਿਕਾਰਡਡ। ਮਤਲਬ ਅਗਰ ਕੋਈ ਕੈਸ਼ ਸੇਲ ਹੋਏਗੀ ਸੇਲਸ ਬੁੱਕ 'ਚ ਨਹੀਂ ਰਿਕਾਰਡ ਕਰਾਂਗੇ। ਅਗਰ ਕੋਈ ਕੈਸ਼ ਪਰਚੇਜ਼ ਹੋਊਗੀ ਤਾਂ ਉਹ ਆਪਾਂ ਪਰਚੇਜ਼ ਬੁੱਕ 'ਚ ਨਹੀਂ ਰਿਕਾਰਡ ਕਰਾਂਗੇ। ਕਾਰਨ ਸਿੰਪਲ ਜਿਹਾ ਹੈ, ਕਿਉਂਕਿ ਉਸਨੂੰ ਆਪਾਂ ਕੈਸ਼ ਬੁੱਕ 'ਚ ਰਿਕਾਰਡ ਕਰ ਲਿਆ। ਅਗਲੀ ਗੱਲ ਜਿਹੜੀ ਖਾਸ ਹੈ ਉਹ ਸਮਝੋ, ਆਫ ਗੁਡਸ ਸਿਰਫ ਗੁਡਸ ਹੀ ਰਿਕਾਰਡ ਕਰਾਂਗੇ। ਮਤਲਬ ਅਗਰ ਕੋਈ ਫਿਕਸਡ ਐਸਟ ਆ ਜਾਵੇ, ਜਿਵੇਂ ਕੋਈ ਕਾਰ, ਕੋਈ ਮਸ਼ੀਨ, ਕੋਈ ਜ਼ਮੀਨ, ਉਹ ਸਭ ਚੀਜ਼ਾਂ ਦੀ ਖਰੀਦ ਵੀ, ਚਾਹੇ ਉਹ ਕ੍ਰੈਡਿਟ ਹੀ ਕਿਉਂ ਨਾ ਹੋਣ, ਚਾਹੇ ਉਧਾਰੀਆਂ ਕਿਉਂ ਨਾ ਖਰੀਦੀਆਂ ਹੋਣ, ਉਹ ਵੀ ਆਪਾਂ ਇੱਥੇ ਰਿਕਾਰਡ ਨਹੀਂ ਕਰਨੀਆਂ। ਦੋ ਗੱਲਾਂ ਸਮਝ ਆਈਆਂ ਮੋਟੀਆਂ ਵਾਲੀਆਂ। ਕੈਸ਼ ਪਰਚੇਜ਼ ਰਿਕਾਰਡ ਨਹੀਂ ਕਰਨੀ, ਫਿਕਸਡ ਐਸਟ ਦੀ ਪਰਚੇਜ਼ ਰਿਕਾਰਡ ਨਹੀਂ ਕਰਨੀ। ਸੇਮ ਹਾਲ ਸੇਲਸ ਬੁੱਕ 'ਚ ਵੀ ਹੈ। ਦੋਹਾਂ ਦੀ ਸੇਲ ਵੀ ਰਿਕਾਰਡ ਨਹੀਂ ਕਰਨੀ, ਚਾਹੇ ਕ੍ਰੈਡਿਟ ਸੇਲਸ ਹੈ ਚਾਹੇ ਫਿਕਸਡ ਐਸਟ ਦੀ ਸੇਲਸ ਹੈ। ਸੌਰੀ, ਮਤਲਬ ਕੈਸ਼ ਸੇਲ ਹੈ ਚਾਹੇ ਜਾਂ ਫਿਕਸਡ ਐਸਟ ਦੀ ਸੇਲ ਹੈ, ਆਪਾਂ ਰਿਕਾਰਡ ਨਹੀਂ ਕਰਨਾ ਜੀ। ਠੀਕ ਹੈ। ਅਤੇ ਹੁਣ ਦੇਖੋ ਮਾੜਾ ਜਿਹਾ ਇਹਦੇ ਬਾਰੇ ਡਿਟੇਲ। ਪਰਚੇਜ਼ ਬੁੱਕ ਦੇ ਵਿੱਚ ਆ ਪਿਆਰਾ ਜਿਹਾ ਫੋਰਮੈਟ ਹੈਗਾ, ਟੈਨਸ਼ਨ ਬਹੁਤੀ ਨਾ ਲਿਓ, ਬਹੁਤ ਸੌਖਾ। ਦੇਖਣ ਨੂੰ ਸ਼ਾਇਦ ਭਾਵੇਂ ਅਜੀਬ ਜਿਹਾ ਲੱਗਦਾ ਹੋਊਗਾ ਬਟ ਸੌਖਾ ਹੀ। ਡੇਟ, ਪਾਰਟੀਕੂਲਰਸ, ਇਨਵੋਇਸ ਨੰਬਰ ਮੋਸਟ ਆਫ ਦਾ ਟਾਈਮ ਤੁਹਾਨੂੰ ਦਿੱਤਾ ਹੋਏਗਾ ਬੁੱਕ ਦੇ ਵਿੱਚ, ਕੁਐਸਚਨ ਦੇ ਵਿੱਚ।
ਲੈਜਰ ਫੋਲੀਓ ਹੈ। ਇਸ ਤੋਂ ਬਾਅਦ ਲੈਜਰ ਬਣੇਗੀ, ਮੈਂ ਤੁਹਾਨੂੰ ਦੱਸ ਦਿੰਦਾ। ਕੈਸ਼ ਬੁੱਕ ਤੋਂ ਬਾਅਦ ਲੈਜਰ ਨਹੀਂ ਬਣਦੀ ਹੁੰਦੀ। ਕੈਸ਼ ਬੁੱਕ ਦੇ ਬੈਲੈਂਸ ਨੂੰ ਹੀ ਆਪਾਂ ਸਿੱਧਾ ਬੈਲੈਂਸ ਸ਼ੀਟ ਦੇ ਵਿੱਚ ਛੱਡ ਦਿੰਦੇ ਹਾਂ, ਸਿੱਧਾ ਅੱਗੇ ਜਾਂਦਾ ਹੁੰਦਾ। ਉਦੋਂ ਬਾਅਦ ਲੈਜਰ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ। ਬਟ ਪਰਚੇਜ਼ ਬੁੱਕ ਤੋਂ ਬਾਅਦ ਜਿਹੜਾ ਇਹ ਬੈਲੈਂਸ ਹੋਏਗਾ, ਇਸ ਨੂੰ ਪਰਚੇਜ਼ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ ਜਾਏਗਾ ਲੈਜਰ ਦੇ ਵਿੱਚ। ਇਸੇ ਕਰਕੇ ਇੱਥੇ ਲੈਜਰ ਫੋਲੀਓ ਫਿਰਦਾ ਹੋਇਆ। ਅੱਗੇ ਡਿਟੇਲ ਹੈ। ਡਿਟੇਲ ਦਾ ਕਾਲਮ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਡਿਟੇਲ ਲਿਖਾਂਗੇ, ਇਕੱਲੀ ਅਮਾਊਂਟ ਲਿਖਾਂਗੇ। ਕੋਸਟ ਦੇ ਵਿੱਚ ਦੇਖੋ ਗੱਲ ਇੱਦਾਂ ਹੈ, ਧਿਆਨ ਨਾਲ ਸਮਝਿਓ। ਕੋਸਟ ਦੇ ਵਿੱਚ ਆਪਾਂ ਸਿਰਫ ਕੋਸਟ ਲਿਖਾਂਗੇ, ਗੁੱਡਸ ਦੀ ਕੋਸਟ ਕਿੰਨੀ ਹੈ। ਮੈਂ ਕਰਵਾਉਣਾ, ਟੈਨਸ਼ਨ ਨਾ ਲਿਓ, ਫਿਲਹਾਲ ਜਸਟ ਉੱਪਰ ਦੱਸ ਰਿਹਾ। ਫਰਾਈਟ, ਕੈਰੀਜ, ਇਹ ਜਿਹੇ ਕੋਈ ਡਿਲੀਵਰੀ ਐਕਸਪੈਂਸਿਸ ਜਿਹੜੇ ਹੁੰਦੇ ਨੇ, ਜੇ ਤੁਹਾਨੂੰ ਯਾਦ ਹੋਵੇ ਜਦੋਂ ਐਂਟਰੀਆਂ ਵੀ ਪਾਉਂਦੇ ਸੀ ਆਪਾਂ, ਇਹਨਾਂ ਨੂੰ ਅਲੱਗ ਲਿਖਦੇ ਸੀਗੇ, ਅਲੱਗ ਲਿਖਦੇ ਸੀ ਨਾ। ਫਰਾਈਟ, ਕੈਰੀਜ ਉਹ ਇੱਥੇ ਆਏਗਾ, ਸੈਪਰੇਟਲੀ ਆਏਗਾ। ਡਿਟੇਲਸ ਦੇ ਵਿੱਚ ਵੀ ਆਏਗਾ, ਤੁਹਾਨੂੰ ਬਸ ਦੱਸਦਾ, ਬਟ ਫਿਲਹਾਲ ਇੱਥੇ ਆਏਗਾ। ਲਾਸਟ ਵਿੱਚ ਟੋਟਲ ਆਏਗਾ ਜੀ। ਓਕੇ, ਹੁਣ ਤੁਹਾਨੂੰ ਹੋਰ ਮਾੜੀ ਜਿਹੀ ਗੱਲਾਂ ਦੱਸਾਂ ਪਹਿਲਾਂ ਡਿਟੇਲ ਬਾਰੇ। ਡਿਟੇਲ ਦੇ ਵਿੱਚ ਕੀ ਕਰਨਾ ਹੈ, ਉਹ ਡਿਟੇਲ ਦੇ ਵਿੱਚ ਜੋ ਹੋਏਗਾ ਉਸੇ ਦਾ ਹੀ ਮਤਲਬ ਜੋ ਇੱਥੇ ਲਿਖਾਂਗੇ ਉਸ ਹਿਸਾਬ ਨਾਲ ਡਿਟੇਲ ਦੇ ਵਿੱਚ ਅਮਾਊਂਟ ਆਏਗੀ। ਜੋ ਇੱਥੇ ਪਾਰਟੀਕੂਲਰਸ 'ਚ ਲਿਖਾਂਗੇ, ਪਾਰਟੀਕੂਲਰਸ 'ਚ ਕਿਆ ਲਿਖੋਗੇ ਜੀ। ਸਭ ਤੋਂ ਪਹਿਲਾਂ ਲਿਸਟ ਪ੍ਰਾਈਸ, ਠੀਕ ਹੈ। ਲਿਸਟ ਪ੍ਰਾਈਸ ਜਿੰਨਾ ਵੀ ਲਿਸਟ ਪ੍ਰਾਈਸ ਹੈ, ਕੁਆਂਟੀਟੀ ਇਨਟੂ ਪ੍ਰਾਈਸ ਪਰ ਆਰਟੀਕਲ ਕਰਕੇ। ਜ਼ਿਆਦਾਤਰ ਇੱਥੇ ਕੁਆਂਟੀਟੀ ਦੇ ਰੱਖੀ ਹੋਊਗੀ ਤੇ ਪ੍ਰਾਈਸ ਲਿਖਿਆ ਹੋਊਗਾ ਪਰ ਆਰਟੀਕਲ ਦੇ ਹਿਸਾਬ ਨਾਲ। ਮਤਲਬ ਜਿਵੇਂ ਤੁਹਾਨੂੰ ਕਹਿਤਾ ਕਿ 100 ਐਪਲਸ ਖਰੀਦੇ ਨੇ, 100 ਐਪਲਸ ਵੀ ਹੈਵ ਪਰਚੇਜ਼ਡ ਫॉर 10 ਰੁਪਏ ਈਚ। 100 ਐਪਲ ਖਰੀਦੇ ਨੇ, 10 ਰੁਪਏ ਦਾ ਇੱਕ ਹੈ। ਕਿੰਨੇ ਹੋ ਗਏ ਟੋਟਲ, ਕਿੰਨੇ ਰੁਪਏ ਦੇ ਹੋ ਗਏ, ਆਈ ਮੀਨ ਟੂ ਸੇ ਕਿੰਨੀ ਕੋਸਟ ਹੋ ਗਈ, 1000 ਰੁਪਏ ਦੇ। ਤਾਂ ਮੋਸਟ ਆਫ ਦਾ ਟਾਈਮ ਤੁਹਾਨੂੰ ਕੁਐਸਚਨ 'ਚ ਸਿੱਧੀ ਅਮਾਊਂਟ ਨਹੀਂ ਦਿੱਤੀ ਹੋਏਗੀ, ਤੁਹਾਨੂੰ ਇਸ ਤਰੀਕੇ ਨਾਲ ਲਿਖਿਆ ਹੋਏਗਾ। ਪ੍ਰਾਈਸ ਪਰ ਆਰਟੀਕਲ ਲਿਖਿਆ ਹੋਏਗਾ, ਇੱਕ ਚੀਜ਼ ਦਾ ਮੁੱਲ ਦਿੱਤਾ ਹੋਏਗਾ ਤੇ ਉਹਨਾਂ ਦੀ ਕੁਆਂਟੀਟੀ ਦਿੱਤੀ ਹੋਏਗੀ। ਤੁਸੀਂ ਮਾੜੀ ਜਿਹੀ ਮਲਟੀਪਲਾਈ ਕਰਕੇ ਲਿਖਣਾ, ਕੋਈ ਵੱਡੀ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ। ਅਗਲੀ ਗੱਲ ਇਹ ਹੈ ਕਿ ਨੀਚੇ ਉਸ ਤੋਂ ਬਾਅਦ ਲਾਣਾ ਆਪਾਂ ਟ੍ਰੇਡ ਡਿਸਕਾਊਂਟ, ਤੇ ਫਿਰ ਆਪਣਾ ਅਗਰ GST ਆਉਂਦਾ ਤਾਂ ਉਹ ਲਗਾ ਦਿਓ। ਉਸ ਤੋਂ ਬਾਅਦ ਛੁਟਕੋ ਮੁਟਕੋ ਐਕਸਪੈਂਸਿਸ ਕਿਹੜੇ, ਇਹੀ ਵਾਲੇ ਫਰਾਈਟ, ਕੈਰੇਜ ਵਗੈਰਾ ਵਗੈਰਾ, ਕੋਈ ਡਿਲੀਵਰੀ ਐਕਸਪੈਂਸਿਸ ਹੋ ਗਏ। ਇਹ ਐਕਸਪੈਂਸਿਸ ਉੱਤੇ ਹੋ ਜਾਂਦੇ ਨੇ ਮਾੜੇ ਮੋਟੇ, ਤਾਂ ਇਹ ਐਕਸਪੈਂਸਿਸ ਬਾਅਦ ਲਾਸਟ ਵਿੱਚ ਐਡ ਕਰਨੇ ਨੇ। ਮੇਰੀ ਗੱਲ ਧਿਆਨ ਨਾਲ ਸੁਣ ਲਓ, ਇਹਨਾਂ ਨੂੰ ਆਪਾਂ ਲਾਸਟ ਵਿੱਚ ਐਡ ਕਰਨਾ। ਕਈ ਬੱਚੇ ਪੁੱਛਦੇ ਨੇ ਵੀ ਸਰ ਜੀ ਪਹਿਲਾਂ ਕਿਉਂ ਨਹੀਂ ਐਡ ਕੀਤਾ। ਮੈਂ ਕਿਹਾ ਪੁੱਤ ਗੱਲ ਸਮਝਣ ਦੀ ਕੋਸ਼ਿਸ਼ ਕਰਿਓ। ਆਪਾਂ ਟ੍ਰੇਡ ਡਿਸਕਾਊਂਟ ਲਾਉਣ ਤੋਂ ਬਾਅਦ ਆ ਐਕਸਪੈਂਸਿਸ ਵਗੈਰਾ ਐਡ ਕਰਨੇ ਨੇ। ਕਿਉਂ, ਜਿਹੜਾ ਆਪਾਂ ਫਰਾਈਟ ਜਾਂ ਆਪਾਂ ਕੈਰੀਜ ਦੇ ਐਕਸਪੈਂਸ ਦੇ ਰਹੇ ਹਾਂ, ਉਹ ਇੱਕ ਆਪਾਂ ਲਗਾ ਲਓ ਗੱਡੀ ਵਾਲੇ ਨੂੰ ਦੇ ਰਹੇ ਹਾਂ ਜਾਂ ਟੈਂਪੂ ਵਾਲੇ ਨੂੰ ਦੇ ਰਹੇ ਹਾਂ। ਮੈਂ 5000 ਦਾ ਸਮਾਨ ਮੰਗਵਾਇਆ, ਟੈਂਪੂ ਵਾਲੇ ਨੂੰ ਮੈਂ 500 ਰੁਪਏ ਦਿੱਤਾ। ਹੁਣ ਉਹ 5000 ਦੇ ਸਮਾਨ 'ਤੇ ਮੈਨੂੰ ਟ੍ਰੇਡ ਡਿਸਕਾਊਂਟ ਮਿਲ ਗਿਆ 10% ਦਾ, ਚਲੋ 20% ਦਾ ਲਾ ਲਓ। ਮੇਰਾ 5000 ਦਾ ਸਮਾਨ, ਧਿਆਨ ਨਾਲ ਸਮਝੋ, 5000 ਦਾ ਸਮਾਨ ਮੇਰਾ, ਉਹ 5000 ਦੇ ਸਮਾਨ ਉੱਤੇ ਮੈਨੂੰ 20% ਡਿਸਕਾਊਂਟ ਮਿਲਿਆ। ਕਿੰਨਾ ਹੋ ਗਿਆ, 1000 ਰੁਪਇਆ। ਮਤਲਬ ਉਹ ਚੀਜ਼ ਮੈਨੂੰ 4000 ਦੀ ਪੈ ਗਈ। ਹੁਣ ਉਹ 500 ਰੁਪਏ ਦਾ ਜਿਹੜਾ ਹੈਗਾ ਗੱਡੀ ਵਾਲੇ ਨੂੰ ਦੇਣਾ, ਟੈਂਪੂ ਵਾਲੇ ਨੂੰ ਦੇਣਾ, ਮੈਨੇ ਜਿਹੜਾ ਮੇਰਾ ਸਮਾਨ ਲੈ ਕੇ ਆ ਰਿਹਾ, ਉਹ ਵੀ ਡਿਸਕਾਊਂਟ ਦਊਗਾ ਮੈਨੂੰ। ਸੋਚ ਕੇ ਦੇਖੋ, ਉਹ ਵਿਚਾਰਾ ਡਿਲੀਵਰੀ ਵਾਲਾ ਮੈਨੂੰ ਕਿਉਂ ਡਿਸਕਾਊਂਟ ਦੇਊਗਾ। ਉਹ ਤਾਂ ਮੇਰੇ ਤੋਂ ਪੂਰੇ ਪੈਸੇ ਉਨੇ ਲਊਗਾ ਜਿੰਨਾ ਅਗਲੇ ਨੇ ਮੰਗੇ ਨੇ। ਤਾਂ ਟ੍ਰੇਡ ਡਿਸਕਾਊਂਟ ਪਹਿਲੇ ਲੈਸ ਕਰ ਦੇਣਾ, GST ਲਗਾਉਣਾ, ਲਾਸਟ ਵਿੱਚ ਐਕਸਪੈਂਸਿਸ ਐਡ ਕਰਨੇ ਨੇ ਤਾਂ ਕਿ ਐਕਸਪੈਂਸਿਸ ਦੇ ਉੱਤੇ ਟ੍ਰੇਡ ਡਿਸਕਾਊਂਟ ਦਾ ਕੋਈ ਇਫੈਕਟ ਨਾ ਪਵੇ। ਤੇ ਲਾਸਟ ਆਪਣੀ ਅਮਾਊਂਟ ਟੋਟਲ ਪੇਬਲ ਜਿੰਨੀ ਵੀ ਹੋਏਗੀ। ਤੁਹਾਨੂੰ ਮੈਂ ਅੱਗੇ ਹੁਣ ਐਗਜ਼ਾਮਪਲ ਦਿਖਾਉਣਾ, ਚੰਗੀ ਤਰ੍ਹਾਂ ਸਮਝ ਆ ਜਾਏ। ਤੇ ਹੁਣ ਤੁਹਾਡੇ ਸਾਹਮਣੇ ਇੱਕ ਕੁਐਸਚਨ ਮੈਂ ਤੁਹਾਨੂੰ ਦਿਖਾ ਰਿਹਾ, ਬੜਾ ਪਿਆਰਾ ਜਿਹਾ ਕੁਐਸਚਨ ਹੈ, TS ਗਰੇਵਾਲ ਦੀ ਬੁੱਕ 'ਚੋਂ ਬਾਏ ਦਾ ਵੇ। Purchased goods from Joshi Brothers, Kolkata on credit wide invoice number 210. 10 Philips tube lights. Such ऊपर just ये लिखा है कि record the following transaction and purchase book of MS Banerjee Brothers, Kolkata and pass the journal entry. Blah blah blah. Main ਗੱਲ ਥੱਲੇ ਹੈ, ਜੋਸ਼ੀ ਬ੍ਰਦਰਸ ਤੋਂ ਕਲਕੱਤਾ ਵਾਲਿਆਂ ਤੋਂ ਆਪਾਂ ਨੇ ਇਨਵੋਇਸ ਨੰਬਰ 210 ਦੇ ਹਿਸਾਬ ਨਾਲ
10 ਫਿਲਿਪਸ ਟਿਊਬਲਾਈਟ ਖਰੀਦੀਆਂ ਨੇ 200 ਰੁਪਏ ਈਚ ਦੀਆਂ, ਜਿੱਤੇ CGST SGST ਲੱਗਿਆ 6%। ਤੇ 50 ਕਰਮਪਟਨ ਬਲਬਸ ਖਰੀਦੇ ਨੇ ਐਟ ਰੁਪਏ 100 ਈਚ, ਜਿਹਦੇ ਉੱਤੇ GST ਫਿਰ ਉਹ ਵੀ ਸੇਮ ਲੱਗਿਆ। ਹੁਣ ਲਿਖਾਂਗੇ ਕਿਵੇਂ, ਇੱਥੇ ਐਂਟਰੀ ਕਿਵੇਂ ਹੋਊਗੀ ਉਹ ਜ਼ਰਾ ਦੇਖਿਓ। ਕੁਐਸਚਨ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਤਾ, ਤੁਸੀਂ ਦੇਖ ਵੀ ਲਿਆ। ਹੁਣ ਤੁਸੀਂ ਇੱਥੇ ਦੇਖਿਓ ਕਰਨਾ ਕੀ ਹੈ। ਸਭ ਤੋਂ ਪਹਿਲਾਂ ਡੇਟ ਪਾਈ, April 1 ਦੀ ਗੱਲ ਹੈ। ਖਰੀਦਿਆ ਕੀ ਸੀਗਾ, ਸਮਾਨ ਖਰੀਦਿਆ, ਬਟ ਜਿਸ ਤੋਂ ਖਰੀਦਿਆ ਪਹਿਲਾਂ ਉਹਦਾ ਨਾਮ ਲਿਖੋ। ਇਹ ਆਪਣੇ ਬੰਦੇ ਸੀਗੇ ਜੋਸ਼ੀ ਬਰੋਸ ਕੋਲਕਾਤਾ, ਠੀਕ ਹੈ, ਨਾਮ ਲਿਖ ਲਿਆ। ਇਸ ਤੋਂ ਬਾਅਦ ਖਰੀਦਿਆ ਗਿਆ, ਉਹਦੇ ਨੀਚੇ ਡਿਟੇਲ 10 ਫਿਲਿਪਸ ट्यूबलाइट एट द रेट रुपए 200 ईच, 200 रुपए की एक के हिसाब नाल, ठीक है जी। तो एक चीज़ होर खरीदी है, ਇਹਦੇ ਨਾਲ ਲਿਖਾਂਗੇ, नीचे लिखांगे, ठीक है, ਐਵੇਂ नहीं मैं इकट्ठा लिख रहा। इस तो नैक्सट लाइन 'ਚ लिखांगे ਆਪਾਂ 50 ਕਰਮਪਟਨ बल्ब्स एट द रेट रुपए 100 ईच, ओके। ਹੁਣ ਇਹਦਾ ਹਿਸਾਬ ਲਾਈਏ, 10 ਟਿਊਬਲਾਈਟਸ ਖਰੀਦੀਆਂ 200 ਰੁਪਏ ਦੀ ਇੱਕ ਹੈ, ਕਿੰਨੇ ਦੀ ਹੋ ਗਈ? ਮੈਨੂੰ ਪਤਾ ਤੁਹਾਨੂੰ ਹਿਸਾਬ ਕਿਤਾਬ ਵਧੀਆ ਆਉਂਦਾ, 2000 ਰੁਪਏ ਦੀ ਹਾਂ ਹੋ ਗਈ ਜੀ, ਠੀਕ ਹੈ। 50 ਬਲਬ ਨੇ 100 ਰੁਪਏ ਦਾ ਇੱਕ ਹੈ, ਕਿੰਨੇ ਹੋ ਗਏ? 5000 ਦੇ, ਓਕੇ नहीं गलबात। तो इस तो बाद देखियो जी, जी मेन गल है, इस बंदे तो बस इन्ना के समान खरीदे, ठीक है ना, जिन्ना का अगले तो समान खरीदे तो बस एक बंदे अपनी खरीदारी मुक गई है तो लैन मार दो, 7000 रुपया आ गया। तो जिमें कि तुहानूं मैं समझाया सीगा, सब तो पहले की करना, ट्रेड डिस्काउंट लाना। तो ट्रेड डिस्काउंट इन्होंने दे रखा है 10%, इतने लिखांगे आप नीचे लैस ट्रेड डिस्काउंट 10% ही है, हाँ जी। ट्रेड डिस्काउंट लाया 10%, 7000 तो 10%, ओबवियस है। मूर्ख वाले काम नहीं करने कि इस ते अलग लाओ, इस ते अलग लाओ, ना जी ना। टोटल 7000 का लावांगे, 700 रुपये डिस्काउंट हो गया। हुण एक लाइन तो मारनी पएगी, दैट इज़ ओबवियस। बिना लाइन मारने का काम बनना है ना थोड़ा। 6300 आ गया जी, ठीक है। इस तो बाद जी कोस्ट है, एक ना मेरी गल ध्यान नाल सुन लो, जी अपनी समान जी कोस्ट है परचेज हुई है वो 6300 की हुई है। हुण ये मन्निया जाऊगा ना, तुहानूं याद आप ट्रेड डिस्काउंट शो नहीं सी करते होंदे, बट इत्थे करांगे क्योंकि यह कोई अकाउंट नहीं है, जस्ट ए बुक है यार। 6300 लिखता। इस तो बाद आप GST लावांगे, 2 GST दे रखे सीगे, ਇਹਦੇ नीचे लिखांगे ऐड CGST, %, SGST 6%, तो 6% CGST लाया, SGST लाया, ये अपने को आ गया 378, ठीक है। तो टोटल इन्हों का किता आपने, ये आ गया अपने को 7056, ओके जी, इन्नी गल ओके। तो एक चीज़ होर सच, कोस्ट दे विच देखो जो कॉलम ने, हुणे कॉलम का करना की सीगा, जिहड़े आप एक्सट्रा कॉलम बनाए सीगे। कोस्ट तुहाडे कोल है आ वाली 6300 दी। हुण पहला मैं तुहानूं सिंपल बिना GST दे बना के दिखाए सीगे, तां हुण चक्कर प्रॉब्लम आएगी। आप एक काम करते हैं, मैं कॉलम थोड़े जे अपने सैट कर ले। कोस्ट देखो 6300 इन्ने दी, इनपुट CGST 378, इनपुट SGST भी 378। फिलहाल इस क्वेश्चन दे विच कोई फ्राइड कैरेज इनवर्ड नहीं सी, फ्राइड या कैरेज कोई ऐसा एक्सपेंस ये तो नहीं सी पहले पॉइंट, तो आप उसको खाली छड़ देवांगे। तो इनपुट IGST वगैरह वो तो हो भी नहीं सकता, या तो CGST SGST होएगा या IGST होएगा, दोनों च एक होएगा,
ठीक है, वो भी नहीं हैगा। तो लास्ट बस जो इसका टोटल लिखना है अपना 1 2 3 आ 3 कॉलम्स आ इन्हों तो टोटल ये मैच करेगा 7056 जी। ठीक है, ये हूँ तुहानूं मैं एक ट्रांजेक्शन करके दिखाई है इस तरीके ना, एक करके दिखाई है सिर्फ एक। मेरी गल समझ लो, ये दियाँ 2 3 4 का आंदियां, वध तो वध 5 आ जांदियां ने, इस तो ज़्यादा नहीं आंदियां। पंगा की होएगा, औखा की है, मोस्ट प्रोबेबली 3 या 4 नंबर का क्वेश्चन आएगा ये विचों। औखा की आऊगा बस वो समझो। औखा ये आएगा कि जो तुहानूं ना कह दिता कि फर्नीचर की स्टोर, जिवें फर्नीचर का होया कोई स्टोर, बंदे का काम सोल प्रोपराइटर का काम फर्नीचर का, तो उन्हें खरीदा कोई कंप्यूटर, तो वो तुहानूं परखणगे इत्थे कि तुसी इन्ने सियाणे हो कि तुसी पछाण सको कि अगर बंदा का काम फर्नीचर का है, वो कंप्यूटर क्यों खरीद रहा, वेचण वास्ते तो नहीं ना खरीद रहा, उन्हें अपने वरतन वास्ते खरीदे। तो अगर वरतन वास्ते खरीदे इट मीनस ये चीज़ वो फिक्सड एसैट है। तो फिक्सड एसैट में आप इत्थे नहीं पाना, समझ गए? इत्थे वो एंट्री नहीं आएगी जी, मैं वार वार कह रहा, समझ गए? कंप्यूटर खरीदा होवे किसी फर्नीचर स्टोर वाले ने या ग्रोसरी स्टोर वाले ने, किसी ने लैंड एंड बिल्डिंग खरीदी होवे, कुछ भी जिहड़ा अपना फिक्सड एसैट है वो इत्थे नहीं आएगा। प्लस जिहड़ी कैश परचेज होएगी वो भी इत्थे नहीं आएगी। करना की, छड़ दो बस उसनूं, लीव दैट पार्ट। ओके, इन्नी गल क्लीयर आई थिंक तुहानूं। अगर फिर भी किसी ने कोई डाउट होया तो प्लीज़ नीचे कमेंट कर देना। हाँ जी, एक आ जरा जरूर खास चीज़ देखियो, जिहड़ा मैं तुहानूं क्वेश्चन दिखाया सीगा स्टार्टिंग च, उहदे विच 3 ट्रांजैक्शन सीगियां जिहड़ी आपां रिकॉर्ड करनियां सी मेन। एक सब तो पहले आपां कर चुके हैं, तो जो तिन्ने तुसीं कंप्लीट कर लोगे ना, सब तो पहली का टोटल आया सीगा 7056। एक तुहानूं चीज़ दसदा, सपोज करो उरे किते टोटल आया सी, टोटल करन तो बाद ना, मतलब एक का टोटल करन तो बाद डबल लाइन जरूर लगानी है। डबल लाइन क्यों लगानी है? क्योंकि पहली मुक्कूगी, दूजी स्टार्ट होगी, तो दूजी का हिसाब किताब अलग होगा। ਉਹਦੇ ਵਿੱਚ ਜਿਹੜੀਆਂ प्लस माइनस वगैरह वगैरह जो भी होना, ਉਹਦਾ ਇਹਦੇ ਨਾਲ कोई लिंक नहीं। तो इस चीज़ का प्लीज़ खास तौर पर ध्यान रखना। दूसरी गल, तिन्ने जो कंप्लीट कर लिया तुसीं, ते तिन्नां दी तुहानूं याद है आपां कोस्ट इत्थे लिखदे सी, फिर आपां GST वगैरह लिख के, फिर आपां फ्राइट, फिर आपां टोटल लिखदे हुंदे सी। आ लो जी, लास्ट विच ना, लास्ट विच आ सारे कॉलम्स का टोटल चाहिए जिहड़ा कि मैं इत्थे लिखिया। ठीक है, हुण इहदा करांगे की? तुहानूं याद होवे, तुहानूं मैं कहा सी शुरू च कि इहदी लैजर भी बनेगी, लैजर भी बनेगी। इस तो इलावा एक जर्नल एंट्री भी पावांगे, क्योंकि लैजर सीधा हवा च तो बन नहीं सकती। सोच के ज़रा देखो सही, लैजर दे विच आपां किसी काम नूं डैबिट ते क्रैडिट करदे हां, वो डैबिट ते क्रैडिट करांगे किवें जे जर्नल एंट्री नहीं होगी? तो एक जर्नल एंट्री पावांगे, सिर्फ एक। जिन्नियां मर्जी 4 5 6 जिन्नियां मर्जी ट्रांजैक्शनस होण, उन्हां सारियां दा इकट्ठियां दा टोटल करके, जिहड़ा कि मैं इत्थे कीता होया जी, कोस्ट का अलग किया होया, इनपुट सी GST SGST का अलग है, यदा अलग है, यदा अलग है, सब का अलग अलग है जी। तो हुण इसकी एक एंट्री पावांगे जिहड़ी कि मैं इत्थे दिखा रहा, थोड़ा गाया पा लिया मैं, बट की करिए। सब तो पहला परचेज अकाउंट डेबिटेड, समान खरीदे है, कितनी कॉस्ट है, कितनी कॉस्ट है समान की 53100 इत्थे लिखांगे। इनपुट सी GST, कितना सी GST है टोटल 378, SGST भी सेम है। तो दो बंदे मैंने लगता तुहानूं याद होवे तो उस क्वेश्चन च दिल्ली दे सीगे, वो क्वेश्चन दोबारा देख लियो एक बारी। 5616 का IGST पे 5616 फ्राइट इन वर्ड भी लास्ट वाले बंदे नाल जुड़े हुए सीगे कि 75 रुपये उसनूं फ्राइट इन वर्ड के चार्जिस दिता ने 75 रुपये, तो 75 आप इत्थे नाल मैंशन कर देंगे। लास्ट इस तो बाद
ਕੀ ਕਰਨਾ ਹੁਣ। ਉਹ ਕੱਲੇ ਕੱਲੇ ਬੰਦਾ ਟੋਟਲ ਜਿਹੜਾ ਆਇਆ ਸੀਗਾ, ਕੱਲੇ ਕੱਲੇ ਬੰਦਾ ਦੇਖੋ ਜਿਹੜਾ ਟੋਟਲ, ਕਿਹੜਾ ਟੋਟਲ ਹੈ ਆਹੀ ਜਿਹੜਾ ਪਹਿਲੇ ਦਾ ਆਇਆ 7056, ਇਹ ਤੁਹਾਡੇ ਸਾਹਮਣੇ ਮੈਂ ਕੱਢਿਆ ਸੀ, ਤਾਂ ਇੱਥੇ ਲਿਖਾਂਗੇ 7056। ਦੂਸਰੇ ਬੰਦਾ ਜਿਹੜਾ ਟੋਟਲ ਹੈ ਮੈਂ ਤਾਂ ਦੇਖ ਕੇ ਤੁਹਾਨੂੰ ਦੱਸ ਦੇਣਾ, ਉਹ ਹੈਗਾ ਜੀ 44352 ਹੈਗਾ 44352। ਤੀਸਰੇ ਦਾ ਟੋਟਲ ਆਇਆ ਸੀ ਆਪਣਾ 8139, ਉਸਨੂੰ ਇੰਨੇ ਪੈਸੇ ਦੇਣੇ ਸੀਗੇ। ਤੇ ਤੁਸੀਂ ਇਹਨਾਂ ਤਿੰਨਾਂ ਦਾ ਟੋਟਲ ਕਰਕੇ ਦੇਖ ਲਿਓ, ਗਰੰਟੀ ਹੈ ਇਹਦੇ ਕੋਲ ਆਉਣਾ ਚਾਹੀਦਾ। ਠੀਕ ਹੈ ਜੀ, ਤੁਹਾਡਾ ਪਰਚੇਸ ਬੁੱਕ ਦਾ ਕੰਮ ਖਤਮ ਹੈ। ਇੱਕ ਦੋ ਗੱਲਾਂ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਟੈਨਸ਼ਨ ਪਲੀਜ਼ ਨਹੀਂ ਲੈਣੀ। ਜਿਹੋ ਜੀ ਪਰਚੇਸ ਬੁੱਕ ਹੈ ਉਹੋ ਜੀ ਉਹ ਸੇਮ ਟੂ ਸੇਮ ਸੇਲਸ ਬੁੱਕ ਹੈ, ਰੱਤੀ ਭਰ ਦਾ ਫਰਕ ਨਹੀਂ ਹੈਗਾ, ਫੋਰਮੈਟ ਸੇਮ ਹੈ। ਠੀਕ ਹੈ, ਗੱਲ ਮੇਨ ਉਹੀ ਹੈ ਕਿ ਆਪਾਂ ਰਿਕਾਰਡਿੰਗ ਕਰਾਂਗੇ ਜਿਹੜੀਆਂ ਕ੍ਰੈਡਿਟ ਸੇਲਸ ਹੋਈਆਂ ਨੇ, ਸਿਰਫ ਉਹਨਾਂ ਨੂੰ ਰਿਕਾਰਡ ਕਰਾਂਗੇ ਆਪਾਂ, ਹੋਰ ਕਿਸੇ ਚੀਜ਼ ਨੂੰ ਆਪਾਂ ਰਿਕਾਰਡ ਨਹੀਂ ਕਰਦੇ। ਠੀਕ ਹੈ ਜੀ, 1 ਮਿੰਟ ਦਾ ਕੰਮ ਹੋਰ ਰਹਿ ਗਿਆ ਆਪਣਾ, ਤੁਹਾਨੂੰ ਮਾੜਾ ਜਿਹਾ ਚੀਜ਼ ਦੱਸਣੀ ਹੈ, ਫਿਰ ਮੈਂ ਸੋਚਿਆ ਕਿਤੇ ਉਹ ਨਾ ਤੁਸੀਂ ਭੁੱਲ ਜਾਓ। ਛੋਟੀ ਜਿਹੀ ਗੱਲ ਵੈਸੇ ਤਾਂ ਕਾਫੀ ਬੱਚਿਆਂ ਨੂੰ ਆਉਂਦੀ ਵੀ ਹੋਏਗੀ, ਬਟ ਕਈਆਂ ਵਾਸਤੇ ਸ਼ਾਇਦ ਕੁਝ ਨਵਾਂ ਵੀ ਹੋਏਗਾ। ਸਪੋਜ਼ ਕਰੋ ਐਵੇਂ ਲਿਖਿਆ ਆ ਗਿਆ 5 ਡਜ਼ਨ ਐਪਲਸ @ 10 रुपए ईच, कि 5 दर्जन सेब खरीदे ने बट 10 रुपए का एक है। ये किन्ने रुपए दे होए? सौखा करना सौखा ही है, जे तो पता डजन का हिसाब किताब फिर तो सौखा ही है। तो तुहानूं यूनिट्स का भी थोड़ी जी नॉलेज होनी चाहिए है। मैं बस ये दस रहा 1 डजन 12 होंदे ने, अगर 5 डजन की गल हो रही है इट मीनस 5 × 12 वी हैव परचेज्ड 60 एप्पल्स, 60 सेब खरीदे ने। तो 10 रुपए के हिसाब नाल जो तुसी अमाउंट लिखोगे, तुसी लिखोगे 60 × 10, तुसी लाया 600 रुपया, इत्थे डिटेल च लिखोगे। ठीक है, ये छोटी छोटी गल्लां ने, बस इन्नी कोई टेंशन लेने वाली गल नहीं है, बट मैं सोचा तुहानूं दस देवां ताकि तुहानूं डाउट ना रह जाए। बाकी किसी को होर डाउट होया तो प्लीज़ नीचे कमेंट करके ज़रूर दसना। एक होर निक्की जी गल देखियो, सेल्स बुक जो बनाओगे बस थोड़ी जी गल्लां ध्यान रखना, मेन गल्लां होई ने, डेट पर्टिकुलर्स वगैरह सेम है, इनवॉइस नंबर भी होएगा, लेजर फोलियो होएगा, डिटेल भी होएगी, कॉस्ट वर्ड नहीं लिखना, सेल्स वैल्यू लिखोगे, सेल्स वैल्यू, कॉस्ट वर्ड नहीं। आप किहड़ा खरीदे आप तो विच कॉस्ट वर्ड नहीं लिखना, सेल्स वैल्यू लिखो। बाकी सारा कुछ इनपुट की जगह पे आउटपुट। ठीक है जी, CGST SGST आउटपुट वाला लगेगा, गलती ना करें प्लीज़। फ्राइट कैरेज इनवर्ड की जगह पे फ्राइट या कैरेज वगैरह आउटवर्ड लगेंगे, बाकी लास्ट टोटल उदा ही है, सौखा ही, कोई खास गल नहीं। तो एंट्री बारे मैं दस देवां, चीज़ां उवें पैणगियां। ठीक है, मैं बार बार कह रहा, सेल्स बुक जो इलस्ट्रेशन देख लियो, जमी सौखा काम है। मेन तो परचेज बुक जो बच्चे समझ आ गई उदों पता चुटकी बजाने वाला काम है जी। एंट्री किवें पाएगी, सेल की एंट्री किवें पैंदी सी। सपोज करो राम नूं सेल हुई है भाई, तो राम का डेबिट आऊगा, शाम नूं भी हुई है भाई, सीता नूं भी हुई है, गीता नूं भी हुई है, डेबिट 2। सपोज करो इत्थे कोई एक्सपेंसिस भी ने तो वो भी फिर आप नहीं, सच वो तो चलो बाद करांगे। ये 4 बंदे ने, 2 अपना 2 सेल्स, 2 कोई एक्सपेंसिस हैं वो लगा दियो, 2 आउटपुट CGST, 2 आउटपुट SGST, 2 आउटपुट IGST। ठीक है, वो सारा नीचे आ जाऊगा, बस अपना एंट्री होगी, बस ओके, इन्ना को काम है जी, सौखा ही है। आगे एक चीज़ होर दसदा, सुन लो ध्यान नाल, तुहाडे मैं चंगी तरह मैं सोचा निबेड़ के जावां। हुण जिहड़ी आऊगी परचेज रिटर्न ते सेल्स रिटर्न बुक, पहली गल तां वो च इन्ना ताम झाम नहीं आऊगा मोस्ट प्रोबेबली। डिटेल्स तो बाद एक चीज़ आऊगी, एक निक्की जी गल होर अपनी उहदे बारे
ਰਿਟਰਨਸ ਬੁੱਕ ਨੇ ਜਿਹੜੀਆਂ, ਪਰਚੇਜ਼ ਰਿਟਰਨ ਤੇ ਸੇਲਸ ਰਿਟਰਨ ਬੁੱਕ ਹੈ ਜਿਹੜੀ, ਉਹ ਜ਼ਰਾ ਗੌਰ ਕਰਕੇ ਦੇਖਿਓ। ਖਾਸ ਗੱਲ ਇਹ ਹੈ ਇੱਕ ਤਾਂ ਕਿ सेल वैल्यू कोस्ट ऐसा कुछ नहीं पाना, या तो इतने पा दो सिर्फ अमाउंट या पा दो वैल्यू, दोनों सही ने। उस तो बाद जो अगला ताम झाम है इनपुट आउटपुट CGST SD सारा कुछ उवें दा उवें लगेगा, वो कोई खास गल नहीं हैगी। जी तुहानूं मेन गल दसनी सी वो आ है अपना प्यारा इनवॉइस नंबर जी। देखो अगर रिटर्न बुक है रिटर्न तो इनवॉइस नहीं ना, बिल्कुल कुछ बिक नहीं रहा, वापसी हो रही है, तो जो वापसी होंगी है तो इनवॉइस नंबर ने कुछ होर बनता होंदा, इनवॉइस नहीं बनता होंदा। बनता की होंदा बड़ा ध्यान नाल समझियो। चलो पहले एक वापसी की एंट्री पाने, फिर आप गल करते हैं वापसी की एंट्री। चलो पहले परचेज रिटर्न की करते हैं, फिर सेल्स रिटर्न की कर लाँगे। आप कितने करा, मैं इत्थे कर लेने। परचेज रिटर्न की एंट्री क्या होंदी है? परचेज रिटर्न आपां करदे हुंदे आ, मतलब समान अपने कोलों बाहर जाता है। टू परचेजिज रिटर्न, ऊपर राम लाल श्याम लाल सीता गीता जो मर्जी, अकाउंट डेबिटेड। ठीक है जी, ये तो परचेज रिटर्न की एंट्री होगी। सेल्स रिटर्न की एंट्री कैसे होंदी है? समान अपने कोल वापस आंदा, क्योंकि आप बेचा सी, समान अपने कोल वापस आया तो एंट्री आउंदी है सेल्स रिटर्न अकाउंट डेबिटेड टू, सपोज करो राम लाल सीता गीता जो भी है अकाउंट। खास गल की है? खास गल यह है जो परचेज रिटर्न की तो राम लाल नूं डेबिट किया ते नाल इसे गल करके सबूत भी भेजा भी भाई साहब तुहानूं कर रहे हैं असीं डेबिट। तो इस गल का सबूत यह है कि अगर मैं परचेज रिटर्न बुक बना रहे हाँ, मैं इत्थे लिखूँगा डेबिट नोट नंबर। चैप्टर याद आ गया सोर्स डॉक्यूमेंट वाला, वो च 2 नोट बनते सीगे स्पैशली, एक हुंदा सी डेबिट नोट, एक हुंदा सी क्रेडिट नोट। ये डेबिट नोट ते क्रेडिट नोट किस वास्ते हुंदे सीगे? स्पैशली यही दसन वास्ते कि असी तुहानूं डेबिट कर रहे हैं या असी तुहानूं क्रेडिट कर रहे हैं। जदों मैं बंदे नूं परचेज रिटर्न कीती, परचेज रिटर्न मैं कीती है, उहदा अकाउंट मैं डेबिट कर दिता, नाल उहदे मैं डेबिट नोट भेजिया ते डेबिट नोट का नंबर मैं इत्थे रिकॉर्ड कर लिया। ओके, एवं अगर सेल्स रिटर्न है अपने को रिटर्नस आईयां ने तो उस बंदे नूं आपां क्रेडिट नोट करन देवांगे, ये कह के भी भाई साहब तुहानूं असीं क्रेडिट कर रहे हैं। तो इत्थे अगर सेल्स बुक है, सेल्स रिटर्न बुक है सॉरी, अगर सेल्स रिटर्न बुक है तो इत्थे लिखांगे आपां क्रेडिट नोट नंबर। बस आ इन्नियां गल्लां दसणियां सी तुहानूं। ये कुछ गल्लां इंपोर्टेंट ने, ये ना समझियो कि छोटी छोटी गल्लां ने तो कुछ इन्नियां खास नहीं हैगियां। मार्क्स जो कट्टे जाते हैं ना तो ऐसियां गल्लां दे बहुत ज़्यादा कट्टे जाते हैं, भावें क्वेश्चन थोड़ा सारा सही हो, मतलब मेन आंसर वगैरह, ठीक है ना। तो ऐसी गलतियां नहीं करनी अपने। तो इस वीडियो च बस इन्ना कुछ ही, मिलते हैं आप नैक्सट वीडियो दे विच। ये वीडियो तुहानूं किवें लगी प्लीज़ नीचे कमेंट करके दस्सिओ जी। बाकी साड़ियाँ होर वीडियोज़ के लिंक तुहानूं इत्थे मिल जाणगे, सबसक्राइब जरूर कर लिओ, वध तो वध प्लीज़ चैनल नूं शेयर करिओ। ते अगर तुसी मेरे काम नूं सपोर्ट करना चाहते हो तो नीचे पेटीएम नंबर दिता होया। चंगा जी, सत श्री अकाल।